ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਗਣਤੰਤਰ ਦਿਵਸ ਦੀ ਪਰੇਡ ਬਾਰੇ। ਦੋਸਤੋ ਇਸ ਵਾਰ ਗਣਤੰਤਰ ਦਿਵਸ ਦੀ ਪਰੇਡ ਇੱਕ ਨਿਵੇਕਲੇ ਢੰਗ ਦੀ ਹੋਣ ਜਾ ਰਹੀ ਹੈ। ਜਦੋਂ ਇੱਕ ਪਾਸੇ ਦੇਸ਼ ਦਾ ਜਵਾਨ ਪਰੇਡ ਕਰ ਰਿਹਾ ਹੋਵੇਗਾ ਤਾਂ ਦੂਜੇ ਪਾਸੇ ਦੇਸ਼ ਦਾ ਕਿਸਾਨ ਟਰੈਕਟਰਾਂ ਤੇ ਚੜ੍ਹ ਕੇ ਜਿਹੜਾ ਹੈਗਾ ਪਰੇਡ ਕਰ ਰਿਹਾ ਹੋਵੇਗਾ, ਜਿਸ ਤੇ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ। ਸਾਡੇ ਨਾਲ ਇਸ ਬਾਰੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਜੀ ਸ਼ੁਕਰੀਆ। ਹਮੀਰ ਸਿੰਘ ਜੀ, ਇਸ ਵਾਰ ਦੀ ਪਰੇਡ ਜਿਹੜੀ ਹੈਗੀ ਹੈ ਇੱਕ ਇਤਿਹਾਸਕ ਪਰੇਡ ਬਣਨ ਜਾ ਰਹੀ ਹੈ, ਜਦੋਂ ਦੇਸ਼ ਦਾ ਜਵਾਨ ਤੇ ਕਿਸਾਨ ਦੋਨੋਂ ਇੱਕੋ ਸਮੇਂ ਪਰੇਡ ਕਰਨਗੇ। ਤੇ ਇਸ ਪਰੇਡ ਦੀ ਪ੍ਰਵਾਨਗੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਪੁਲਿਸ ਦੇ ਵਿਚਕਾਰ ਪਹਿਲੇ ਦਿਨ ਤੋਂ ਜਿਹੜੀ ਸੀ ਕਸ਼ਮਕਸ਼ ਬਣੀ ਹੋਈ ਸੀ, ਤੇ ਹੁਣ ਵੀ ਜਿਹੜੀ ਹੈਗੀ ਭਾਵੇਂ ਕਿਸਾਨ ਜਥੇਬੰਦੀਆਂ ਨੂੰ ਪਰੇਡ ਦੀ ਪ੍ਰਵਾਨਗੀ ਮਿਲ ਗਈ ਹੈ, ਪਰ ਕਈ ਤਰ੍ਹਾਂ ਦੀਆਂ ਜਿਹੜੀਆਂ ਕਸ਼ਮਕਸ਼ਾਂ ਹਲੇ ਵੀ ਜਿਹੜੀਆਂ ਹੈਗੀਆਂ ਖੜੀਆਂ ਹੋਈਆਂ ਨੇ। ਹੁਣ ਵੀ ਜਿਹੜੀ ਹੈਗੀ ਆ ਪੁਲਿਸ ਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਦੁਬਾਰਾ ਹੋਣ ਜਾ ਰਹੀ ਹੈ। ਅਸੀਂ ਜਾਣਨਾ ਚਾਹਾਂਗੇ ਇਹ ਪਰੇਡ ਦੀ ਪ੍ਰਵਾਨਗੀ ਬਾਰੇ ਤੇ ਕਿਸ ਰੂਟ ਤੇ ਇਹ ਪਰੇਡ ਕੱਢੀ ਜਾਵੇਗੀ। ਅਸਲ ਦੇ ਵਿੱਚ ਇਹੀ ਹੈ ਕਿ 26 ਜਨਵਰੀ 1950 ਜਿਹੜਾ ਹੈ, ਜਦੋਂ ਦੇਸ਼ ਦਾ ਸੰਵਿਧਾਨ ਲਾਗੂ ਹੁੰਦਾ ਹੈ, ਤਾਂ ਲਾਗੂ ਹੋਣ ਵੇਲੇ ਕਿਹਾ ਗਿਆ ਕਿ ਸਾਰਿਆਂ ਦਾ ਖਿਆਲ ਰੱਖਿਆ ਜਾਏਗਾ। ਹੁਣ ਸਾਡੀਆਂ ਆਪਣੀਆਂ ਗੌਰਮੈਂਟਾਂ ਨੇ ਸੰਵਿਧਾਨ ਲਾਗੂ ਹੋਏਗਾ, ਸੰਵਿਧਾਨ 'ਚ ਸਾਰਿਆਂ ਦੇ ਹਿੱਤਾਂ ਦਾ ਖਿਆਲ ਹੋਏਗਾ, ਅਸਲ 'ਚ ਲੋਕਾਂ ਦਾ ਰਾਜ ਹੋਏਗਾ। ਪਰ ਉਦੋਂ ਬਾਅਦ ਜਿੰਨੀਆਂ ਵੀ ਤਕਲੀਫਾਂ ਲੋਕ ਝੱਲਦੇ ਰਹੇ, ਜਿੰਨੀਆਂ ਵੀ ਮੁਸੀਬਤਾਂ ਆਉਂਦੀਆਂ ਰਹੀਆਂ, ਉਹਦੇ 'ਚ ਸੱਤਾ ਤੰਤਰ ਮਜ਼ਬੂਤ ਹੁੰਦਾ ਗਿਆ ਤੇ ਲੋਕਾਂ ਦੀ ਤਾਕਤ ਜਿਹੜੀ ਹੈ ਉਹ ਕਿਸੇ ਨਾ ਕਿਸੇ ਲੋਕਾਂ ਦੀ ਅਣਦੇਖੀ ਕਰਦੇ ਰਹੇ ਲਗਾਤਾਰ। ਔਰ ਜਮਹੂਰੀਅਤ 'ਚ ਕਿਹਾ ਜਾਂਦਾ ਕਿ ਲੋਕ ਹੀ ਸਭ ਤੋਂ ਵੱਡੇ ਹੁੰਦੇ ਨੇ। ਔਰ ਇਸੇ ਕਰਕੇ ਹੁਣ ਵੀ ਜਿਹੜੀ ਸਰਕਾਰ ਨਾਲ ਜਾਂ ਬਿੱਲਾਂ ਦੇ ਮਾਮਲੇ 'ਚ ਚੱਲਦਾ ਹੈ, ਜਿਨ੍ਹਾਂ ਲੋਕਾਂ ਤੇ ਜਿਹੜੇ ਕਿਸਾਨਾਂ ਤੇ ਬਿੱਲ ਲਾਗੂ ਕਰਨੇ ਨੇ, ਇੰਨਾ ਲੰਮਾ ਸਮਾਂ ਗੁਜ਼ਰ ਗਿਆ ਕਿ ਉਹਨਾਂ ਦੀ ਗੱਲ ਮੰਨ ਕੇ ਉਹ ਬਿੱਲ ਵਾਪਸ ਲੈ ਲੈਂਦੇ ਤਾਂ ਹੁਣ ਤੱਕ ਗੱਲ ਹੋ ਜਾਂਦੀ। ਚੱਲਦੇ ਦੌਰਾਨ ਹੁਣ ਇੱਕ 26 ਜਨਵਰੀ ਆ ਗਈ। ਇਸ ਤੋਂ ਪਹਿਲਾਂ 2 ਮਹੀਨਿਆਂ ਤੋਂ ਅੰਦੋਲਨਕਾਰੀ ਜਿਹੜੇ ਲੋਕ ਨੇ ਉਹ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਹੋਏ ਨੇ। ਉੱਥੇ ਜਿਹੜਾ ਵੀ ਮਹੱਤਵਪੂਰਨ ਦਿਨ ਆਇਆ ਉਹਨਾਂ ਨੇ ਉਹ ਵੀ ਮਨਾਇਆ। ਉਹਨਾਂ ਨੇ ਚਾਹੇ ਸ਼ਹਾਦਤ ਹੋਈ ਸਾਹਿਬਜ਼ਾਦਿਆਂ ਦੀ, ਉਹ ਵੀ ਮਨਾਈ ਹੈ। ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਵੀ ਮਨਾਇਆ। ਉਹਨਾਂ ਨੇ ਉਦੋਂ ਬਾਅਦ ਜਿੰਨੀਆਂ ਵੀ ਹੋਰ ਆਈਆਂ, ਮਤਲਬ ਕੋਈ ਐਸੇ ਮਹੱਤਵਪੂਰਨ ਦਿਨ, ਉਹ ਸਾਰੀਆਂ ਚੀਜ਼ਾਂ ਉਹਨਾਂ ਨੂੰ ਮਨਾਈਆਂ। ਤੇ ਇਹਦੇ ਦੌਰਾਨ ਹੀ ਜਿਹੜੀ 26 ਜਨਵਰੀ ਆ ਗਈ ਹੈ, ਤਾਂ ਕਿਸਾਨ ਜਥੇਬੰਦੀਆਂ ਨੇ ਬੜੇ ਦੇਰ ਤੋਂ ਹੀ ਇਹ ਕਿਹਾ ਸੀ ਕਿ ਅਸੀਂ ਹੁਣ ਦਿੱਲੀ ਦੇ ਵਿੱਚ ਆਪਣਾ ਜਿਹੜਾ ਟਰੈਕਟਰਾਂ ਦਾ ਮਾਰਚ ਹੈ ਜਿਹੜਾ ਉਹ ਕਰਾਂਗੇ। ਔਰ ਇਹਨੂੰ ਰੋਸ ਮਾਰਚ ਵੀ ਕਿਹਾ ਜਾਂਦਾ, ਇਹਨੂੰ ਪਰੇਡ ਵੀ ਕਹੀ ਜਾਂਦੀ ਹੈ, ਇਹਨੂੰ ਅਲੱਗ-ਅਲੱਗ ਨਾਵਾਂ ਨਾਲ ਪੁਕਾਰਿਆ ਜਾਂਦਾ। ਗੱਲ ਕੇਵਲ ਇਹ ਸੀਗੀ, ਇੱਕ ਕੋਸ਼ਿਸ਼ ਇਹ ਸੀ ਗੌਰਮੈਂਟ ਆਫ ਇੰਡੀਆ ਦੀ ਤਾਂ ਪਹਿਲਾਂ ਕਿ ਅਸੀਂ ਪਰਮਿਸ਼ਨ ਨਹੀਂ ਦੇਣੀ। ਉਹ ਸੁਪਰੀਮ ਕੋਰਟ ਵੀ ਗਈ, ਪੁਲਿਸ ਦਿੱਲੀ ਦੀ। ਸੁਪਰੀਮ ਕੋਰਟ ਨੇ ਵੀ ਇਹ ਕਹਿਤਾ ਆਪਣੀ ਆਪਣੇ ਗਲ ਪਾਉਣ ਦੀ ਬਜਾਏ ਉਹਨੂੰ ਪੁਲਿਸ ਨੂੰ ਕਿ ਤੁਸੀਂ ਆਪ ਸੁਝੋ, ਇਹ ਤੁਸੀਂ ਫੈਸਲਾ ਕਰਨਾ। ਤੇ ਉਦੋਂ ਬਾਅਦ ਲਗਾਤਾਰ ਪੁਲਿਸ ਇਹ ਵੀ ਕਹਿੰਦੀ ਰਹੀ ਕਿ ਜੇ ਇੱਥੇ ਬਹੁਤ ਜ਼ਿਆਦਾ ਚਾਂਸਸ ਨੇ, ਪਾਕਿਸਤਾਨ ਆਹ ਕਰਾ ਸਕਦਾ ਹੈ, ਬਾਕੀ ਆਹ ਕਰਾ ਸਕਦਾ। ਹੁਣ ਵੀ ਆਹ 2 ਦਿਨ ਦਾ ਵੀ ਇਹ ਬੜਾ ਚੱਲ ਰਿਹਾ, ਇੰਨੇ ਮੋਡਿਊਲ ਫੜੇ ਨੇ, ਇੰਨੇ ਇੰਟਰਨੈਟ, ਇੰਨੇ ਇੰਸਟਾਗ੍ਰਾਮ, ਇੰਨੇ ਆਹ ਹੋ ਗਿਆ, ਆਹ ਹੋ ਗਿਆ। ਇੱਕ ਮਤਲਬ ਫੀਅਰ ਦਾ, ਜਿਹੜਾ ਇੱਕ ਡਰ ਦਾ ਮਾਹੌਲ ਪੈਦਾ ਕਰਨ ਦੀ ਗੱਲ ਹੈ। ਪਰ ਸਵਾਲ ਫਿਰ ਇਹ ਪੈਦਾ ਹੁੰਦਾ ਲਗਾਤਾਰ ਕਿ ਜੇ ਕੋਈ ਪਾਕਿਸਤਾਨ ਜਾਂ ਕੋਈ ਵੀ ਬੰਦੇ ਜਿਹੜੇ ਇੰਨਾ ਹੀ ਸਮਰੱਥ ਨੇ ਤੁਹਾਡੇ ਮੁਕਾਬਲੇ ਕਿ ਜੋ ਮਰਜ਼ੀ ਕਰਾ ਦੇਣਗੇ, ਤੁਸੀਂ ਡਰ ਡਰ ਕੇ ਆਪਦਾ ਗਣਤੰਤਰ ਦਾ ਦਿਵਸ ਮਨਾ ਰਹੇ ਹੋ, ਤਾਂ ਫਿਰ ਉਹ ਮਜ਼ਬੂਤ ਸਰਕਾਰ ਦਾ ਜਾਂ ਸਰਕਾਰ ਦੇ ਐਡੀ ਵੱਡੀ ਤਾਕਤ ਦਾ ਉਹਦਾ ਮਤਲਬ ਕੀ ਬਚਦਾ। ਕਿਸਾਨਾਂ ਨੇ ਸਾਬਤ ਕੀਤਾ ਸ਼ੁਰੂ ਤੋਂ ਲੈ ਕੇ ਕਿ ਅੰਦੋਲਨ ਸ਼ਾਂਤਮਈ ਰਹੇਗਾ, ਔਰ ਪਹਿਲਾਂ ਵੀ ਸ਼ਾਂਤਮਈ ਸੀ ਤੇ ਹੁਣ ਵੀ ਰਹੇਗਾ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਉਹਨਾਂ ਨੇ ਪਹਿਲਾਂ ਇਹ ਇੱਕ ਸੱਦਾ ਦਿੱਤਾ ਸੀ ਕਿ ਅਸੀਂ ਦਿੱਲੀ ਦੀ ਤੁਹਾਡੇ ਜਿਹੜੇ ਆਪਣਾ ਸਰਕਾਰੀ ਫੰਕਸ਼ਨ ਹੋਏਗਾ ਉਹਦੇ 'ਚ ਕੋਈ ਖੜ੍ਹ ਨਹੀਂ ਪਏਗੀ, ਉਹਨਾਂ ਨਾਲ ਕੋਈ ਸਾਡਾ ਲਾਗਾ ਦੇਗਾ ਨਹੀਂ ਹੈ, ਤੇ ਅਸੀਂ ਆਪਣੇ ਤਰੀਕੇ ਦੇ ਨਾਲ ਦਿੱਲੀ ਦੇ ਵਿੱਚ ਇਹ ਪਰੇਡ ਜਿਹੜੀ ਕਰਨੀ ਹੈ। ਪਰ ਬਹੁਤ ਆਪਸ ਦੇ ਵਿੱਚ ਖਿੱਚਤਾਣ ਤੋਂ ਬਾਅਦ ਦਿੱਲੀ ਦੀ ਪੁਲਿਸ ਨੇ ਇੱਕ ਰੂਟ ਬਣਾਇਆ ਕਿਸਾਨ ਜਥੇਬੰਦੀ ਸਾਂਝੇ ਮੋਰਚੇ ਦੀ ਸਹਿਮਤੀ ਦੇ ਨਾਲ। ਔਰ ਉਹ ਰੂਟ ਦੇ ਵਿੱਚ ਫਿਰ ਇਹ ਹੋਇਆ ਕਿ ਵੱਖ-ਵੱਖ ਜਗ੍ਹਾ ਦੇ ਗਾਜੀਪੁਰ ਤੋਂ ਕਿੰਨੀਆਂ, ਔਰ ਟਿਕਰੀ ਤੋਂ ਕਿਵੇਂ, ਤੇ ਇੱਧਰੋਂ ਸਿੰਘੂ ਬਾਰਡਰ ਤੋਂ ਕਿਵੇਂ ਟਰੈਕਟਰ ਜਾਣਗੇ। ਵੱਡੀ ਗਿਣਤੀ ਦੇ ਵਿੱਚ ਟਰੈਕਟਰ ਜਾ ਰਹੇ ਨੇ। ਸ਼ਾਇਦ ਲੋਕਾਂ ਦੀ ਸੋਝੀ ਤੋਂ ਵੀ ਉੱਪਰ ਦੀ ਗੱਲ ਹੈ, ਜਿਹੜੀ ਆਮ ਸਰਕਾਰਾਂ ਦੀ ਵੀ ਗਿਣਤੀ ਮਿਣਤੀ ਔਰ ਜਥੇਬੰਦੀਆਂ 'ਤੇ ਵੀ। ਕੋਈ ਲੱਖ ਕਹਿ ਰਿਹਾ, ਕੋਈ 2 ਲੱਖ ਕਹਿ ਰਿਹਾ, ਕੋਈ 3 ਲੱਖ ਕਹਿ ਰਿਹਾ। ਹਾਲਾਂਕਿ ਉਹਦੀ ਕੋਈ ਐਗਜੈਕਟ ਐਵੇਂ ਗਿਣਤੀ ਨਹੀਂ ਹੈ ਚਾਹੇ। ਔਰ ਆਪ ਮੁਹਾਰੇ, ਕਿਉਂਕਿ ਹਰ ਬੰਦੇ ਨੂੰ ਇਹ ਲੱਗ ਰਿਹਾ ਕਿ ਮੇਰਾ ਅੰਦੋਲਨ ਹੈ ਤੇ ਮੈਂ ਉਹਦੇ 'ਚ ਕੋਈ ਨਾ ਕੋਈ ਭੂਮਿਕਾ ਨਿਭਾਉਣੀ ਹੈ। ਹੁਣ ਦੋਨਾਂ ਦੇ ਸਾਹਮਣੇ ਇੱਕੋ ਹੀ ਚੈਲੰਜ ਇਹ ਹੈ ਕਿ ਇਹ ਜਿਹੜਾ ਦਿਨ ਹੈ ਇਹ ਸ਼ਾਂਤਮਈ ਤਰੀਕੇ ਦੇ ਨਾਲ ਪੀਸਫੁੱਲ ਗੁਜ਼ਰਨਾ ਚਾਹੀਦਾ। ਜਥੇਬੰਦੀਆਂ ਨੇ ਵੀ ਆਪਣੇ ਢੰਗ ਨਾਲ ਅਪੀਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਮੂਹਰੇ ਆਗੂਆਂ ਦੇ ਗੱਡੀਆਂ ਹੋਣਗੀਆਂ, ਫਿਰ ਟਰੈਕਟਰ ਹੋਣਗੇ, ਫਿਰ ਨੌਜਵਾਨ ਹੋਣਗੇ, ਕਿਵੇਂ ਲਾਈਨਾਂ ਦੇ ਵਿੱਚ ਚੱਲਣਾ। ਔਰ ਇਹ ਵੀ ਮੰਨਿਆ ਜਾ ਰਿਹਾ ਕਿ ਇਹਨੂੰ ਬਹੁਤ ਲੰਮਾ ਸਮਾਂ ਲੱਗ ਸਕਦਾ ਜੀ। ਇਹ ਕੋਈ 2-4 ਘੰਟਿਆਂ ਦੀ ਖੇਡ ਨਹੀਂ ਹੈ, ਇਹਨੂੰ ਮਤਲਬ 24 ਘੰਟੇ, ਕੋਈ 48 ਘੰਟੇ, ਕੋਈ ਕਿੰਨਾ ਸਮਾਂ ਕਹਿ ਰਿਹਾ।
ਔਰ ਇਸੇ ਕਰਕੇ ਇਹ ਇਤਿਹਾਸਕ ਹੈ ਬਹੁਤ ਵੱਡਾ ਕਿ ਪਹਿਲੀ ਵਾਰ ਇਹੋ ਜਿਹਾ ਜਿਹੜਾ ਇੱਕ ਇੰਨੇ ਵੱਡੀ ਤਾਦਾਦ ਦੇ ਵਿੱਚ ਟਰੈਕਟਰਾਂ ਦਾ ਕੋਈ ਮਾਰਚ ਜਿਹੜਾ ਹੋ ਰਿਹਾ ਹੈ ਦੁਨੀਆ ਦੇ ਵਿੱਚ, ਇਹ ਪਹਿਲ ਹੈ ਜੀ। ਤੇ ਇੰਨੇ ਪੀਸਫੁਲ ਅੰਦੋਲਨ ਤੋਂ ਬਾਅਦ ਤੇ ਅੰਦੋਲਨ ਦੇ ਲੋਕ ਆਪ ਹੀ ਇਹ ਵਾਅਦਾ ਕਰ ਰਹੇ ਨੇ ਕਿ ਅਸੀਂ ਪੀਸਫੁਲ ਰੱਖਾਂਗੇ, ਔਰ ਪੁਲਿਸ ਦੀ ਵੀ ਉਨੀ ਓ ਜ਼ਿੰਮੇਵਾਰੀ ਹੈ ਕਿ ਉਹਨੂੰ ਪੀਸਫੁਲ ਰਹੇ। ਪਰ ਇਹਦੇ ਵਿੱਚ ਵੀ ਇੱਕ ਗੱਲ ਅਜੇ ਵੀ ਮਤਲਬ ਚਰਚਾ 'ਚ ਹੈ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਹ ਫੈਸਲਾ ਕੀਤਾ ਹਜੇ ਤੱਕ, ਹੁਣੇ 5 ਵਜੇ ਉਹਨਾਂ ਨੂੰ ਗੱਲਬਾਤ ਲਈ ਦੁਬਾਰਾ ਬੁਲਾਇਆ ਗਿਆ, ਔਰ ਉਹ ਇਹ ਫੈਸਲਾ ਕੀਤਾ ਕਿ ਅਸੀਂ ਜਿਹੜੀ ਪੁਰਾਣੀ ਪਰੇਡ ਜਿਹੜੀ ਦਾ ਫੈਸਲਾ ਕੀਤਾ ਸੀ ਕਿ ਰਿੰਗ ਰੋਡ ਤੇ ਜਾਵਾਂਗੇ, ਤੇ ਅਸੀਂ ਤਾਂ ਰਿੰਗ ਰੋਡ ਤੇ ਜਾਵਾਂਗੇ, ਚਾਹੇ ਸਾਂਝੇ ਮੋਰਚੇ ਨੇ ਇਹ ਫੈਸਲਾ ਕੀਤਾ ਕਿ ਇਹ ਹੈ। ਔਰ ਇਹਨੂੰ ਲੈ ਕੇ ਅਲੱਗ-ਅਲੱਗ ਤਰ੍ਹਾਂ ਦੇ ਥੋੜ੍ਹੇ ਬਹੁਤ ਸੁਝਾਅ ਉਹਦੇ 'ਚ ਕੁਲਝਣ ਪੈਦਾ ਹੋ ਰਹੀ ਹੈ। ਪਰ ਸਵਾਲ ਇਹ ਹੁੰਦਾ ਕਿ ਮੈਨੂੰ ਇਹ ਲੱਗਦਾ ਕਿ ਮਾਰਚ ਕਿੱਥੇ ਹੋਣਾ ਇਹ ਓਡਾ ਇੰਪੋਰਟੈਂਟ ਨਹੀਂ ਹੈ। ਮਾਰਚ ਹੋਣਾ ਬੜਾ ਮਹੱਤਵਪੂਰਨ ਹੈ, ਔਰ ਮਾਰਚ ਦਿੱਲੀ ਦੇ ਅੰਦਰ ਹੋਣਾ ਬੜਾ ਮਹੱਤਵਪੂਰਨ ਹੈ। ਮਾਰਚ ਇੱਕ ਮੈਸੇਜ ਦੇਣ ਦਾ ਨਾਂ ਹੈ ਕਿ ਇਸ ਦੇਸ਼ ਦੇ ਕਿਸਾਨ ਜਾਂ ਲੋਕ ਜਾਂ ਬਾਕੀ ਦੇ ਜਿਹੜੇ ਜੁੜੇ ਹੋਏ ਜਿਨ੍ਹਾਂ ਦੀਆਂ ਭਾਵਨਾਵਾਂ ਨੇ, ਉਹ ਦੁਨੀਆ ਦੇਖੂਗੀ ਇਸ ਅੰਦੋਲਨ ਦਾ ਇੱਕ ਔਰਾ, ਇੱਕ ਦਾਇਰਾ ਇਸ ਬੜੇ ਵੱਡੇ ਪੱਧਰ ਤੇ ਇਸ ਅੰਦੋਲਨ ਤੋਂ ਬਾਅਦ ਜਾਏਗਾ, ਕਿਉਂਕਿ ਦੁਨੀਆ ਭਰ ਦਾ ਮੀਡੀਆ ਦਿੱਲੀ 'ਚ ਉਤਰਿਆ ਹੋਇਆ ਕਿ ਆਪਣੇ ਕਿਸਮ ਦਾ ਇੱਕ ਵਿਲੱਖਣ ਅਲੌਕਿਕ ਨਜ਼ਾਰਾ ਹੋਏਗਾ। ਸ਼ਾਇਦ ਦੁਨੀਆ ਦੇ ਵੱਡੇ ਵੱਡੇ ਮੈਗਜ਼ੀਨ, ਵੱਡੇ ਵੱਡੇ ਅਖਬਾਰ, ਵੱਡੇ ਵੱਡੇ TV ਚੈਨਲਾਂ ਲਈ ਇਹ ਆਉਣ ਵਾਲੇ ਦਿਨਾਂ ਦਾ ਸਭ ਤੋਂ ਬੜਾ ਇਵੈਂਟ ਤੇ ਬੜੀ ਘਟਨਾ ਹੋਏਗੀ। ਇਸ ਕਰਕੇ ਇਸ ਗੱਲ ਨੂੰ ਵੀ ਕਿਸਾਨ ਜਥੇਬੰਦੀਆਂ ਨੂੰ ਆਪਸੀ ਮਤਲਬ ਵਿਚਾਰ ਚਰਚਾ ਕਰਕੇ ਸੁਲਝਾ ਲੈਣਾ ਚਾਹੀਦਾ। ਟਾਈਮ ਥੋੜ੍ਹਾ ਬਚਿਆ ਕਿਉਂਕਿ 26 ਜਨਵਰੀ ਕੱਲ੍ਹ ਹੀ ਹੈ, ਤੇ ਕੋਈ ਇਹ ਮੈਸੇਜ ਨਹੀਂ ਜਾਣਾ ਚਾਹੀਦਾ ਉਸ ਪੱਧਰ ਦੇ ਉੱਤੇ ਕਿ ਕਿਤੇ ਨਾ ਕਿਤੇ ਕੋਈ ਵਖਰੇਵੇਂ ਨੇ, ਚਾਹੇ ਵਖਰੇਵੇਂ ਵੀ ਨੇ, ਜਥੇਬੰਦੀਆਂ ਤਾਂ ਅੱਡ ਨੇ ਕਿਉਂਕਿ ਵਖਰੇਵੇਂ ਨੇ, ਪਰ ਲੋਕਾਂ ਦਾ ਮਾਨਸਿਕਤਾ ਹੁਣ ਤੇ ਜਥੇਬੰਦੀਆਂ ਤੇ ਜਿਹੜਾ ਦਬਾਅ ਵੀ ਹੈ ਕਿ ਤੁਸੀਂ ਇੱਕ ਰਹਿਣਾ ਹੈ, ਔਰ ਇਹੀ ਇਸ ਅੰਦੋਲਨ ਦੀ ਤਾਕਤ ਵੀ ਹੈ ਕਿ ਵੱਖਰੇ ਵੱਖਰੇ ਵਿਚਾਰਾਂ ਦੇ ਬਾਵਜੂਦ 3 ਕਾਨੂੰਨਾਂ ਨੂੰ ਵਾਪਸ ਕਰਾਉਣ ਲਈ ਤੇ ਇੱਕ ਨਵਾਂ ਸਮਾਜ ਤੇ ਨਵਾਂ ਇੱਕ ਸੱਭਿਆਚਾਰ ਤੇ ਨਵੀਆਂ ਕਦਰਾਂ ਕੀਮਤਾਂ, ਨਵਾਂ ਇਖਲਾਕ ਸਿਰਜਣ ਦੇ ਵਾਸਤੇ ਇਹ ਅੰਦੋਲਨ ਜਿਹੜਾ ਹੈ ਉਹ ਪੀਸਫੁਲ ਤੇ ਇਕੱਠਾ ਇੱਕ ਸਾਂਝੀ ਰਾਏ ਦੇ ਰੂਪ ਦੇ ਵਿੱਚ ਪ੍ਰਗਟ ਹੋ ਰਿਹਾ ਹੈ। ਔਰ ਇਹ ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਇਹ ਅੰਦੋਲਨ ਦਾ ਜਿਹੜਾ ਇਹ ਮਹੱਤਵਪੂਰਨ ਦਿਨ ਹੈ ਇਹ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਗੁਜ਼ਰ ਜਾਏਗਾ। ਜੀ ਹਮੀਰ ਸਿੰਘ ਜੀ, ਜਿਵੇਂ ਤੁਸੀਂ ਦੱਸਿਆ ਵੀ ਕਿ ਦਿੱਲੀ ਬਾਰਡਰ ਤੇ ਵੱਡੀ ਗਿਣਤੀ 'ਚ ਟਰੈਕਟਰ ਪਹੁੰਚ ਚੁੱਕੇ ਨੇ, ਉਹਨਾਂ ਦੀ ਗਿਣਤੀ ਕੀ ਹੈ ਇਹ ਤਾਂ ਕਿਸੇ ਨੂੰ ਵੀ ਨਹੀਂ ਪਤਾ ਵੀ ਕਿ ਉਹਨਾਂ ਕਿੰਨੀ ਗਿਣਤੀ 'ਚ ਟਰੈਕਟਰ ਪਹੁੰਚ ਚੁੱਕੇ ਨੇ, ਤੇ ਇਸੇ ਟਰੈਕਟਰ ਪਰੇਡ ਨੂੰ ਕਿੰਨਾ ਸਮਾਂ ਲੱਗੇਗਾ ਉਸ ਬਾਰੇ ਵੀ ਕੋਈ ਕਿਹਾ ਨਹੀਂ ਜਾ ਸਕਦਾ। ਇਸੇ ਟਰੈਕਟਰ ਪਰੇਡ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਵੀ, ਖੁਫੀਆ ਏਜੰਸੀਆਂ ਵੱਲੋਂ ਵੀ ਕਈ ਤਰ੍ਹਾਂ ਦੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ। ਅਸੀਂ ਜਾਣਨਾ ਚਾਹਾਂਗੇ ਉਹ ਕੀ ਖਦਸ਼ੇ ਪ੍ਰਗਟਾ ਰਹੇ ਨੇ। ਮੈਨੂੰ ਲੱਗਦਾ ਕਿ ਕੇਂਦਰੀ ਖੁਫੀਆ ਏਜੰਸੀਆਂ ਵੱਲੋਂ ਹਰ ਸਾਲ ਹੀ ਗਣਤੰਤਰਤਾ ਦਿਵਸ 'ਤੇ ਕੁਝ ਚੀਜ਼ਾਂ ਅਲਰਟ ਨਸਾਈ ਹੁੰਦੀ ਹੈ, ਔਰ ਉਹਦੇ ਪਿੱਛੇ ਇੱਕ ਮੇਰਾ ਖਿਆਲ ਹੈ ਇੰਟੈਲੀਜੈਂਸ ਇਨਪੁਟ ਦਾ ਇਹੋ ਜਿਹਾ ਸਿਸਟਮ ਵੀ ਹੁੰਦਾ ਹੈ ਕਿ ਦੇਖੋ ਜੀ ਆਹ ਹੋ ਜਾਊਗਾ, ਤਾਂ ਕਿ ਉਹਦੇ ਲਈ ਵੀ ਜੇ ਕੋਈ ਘਟਨਾ ਵਾਪਰ ਗਈ, ਕਈ ਇਤਿਹਾਤ ਵਜੋਂ ਵੀ ਵਰਤੀਆਂ ਜਾਂਦੇ ਨੇ ਵੀ ਚਲੋ ਜੀ ਦੇਖੋ ਤਾਂ ਅਸੀਂ ਤਾਂ ਪਹਿਲਾਂ ਕਿਹਾ ਸੀ। ਜਦ ਤੱਕ ਕੋਈ ਕੰਕਰੀਟ ਇਨਫੋਰਮੇਸ਼ਨ ਹੋਵੇ, ਜੇ ਕੰਕਰੀਟ ਇਨਫੋਰਮੇਸ਼ਨ ਉਹਨਾਂ ਕੋਲ ਹੈ ਤਾਂ ਉਹ ਬੰਦੇ ਕਿੱਥੇ ਬੈਠੇ ਨੇ, ਤਾਂ ਉਹ ਕਿਵੇਂ ਕਰ ਰਹੇ ਨੇ, ਤਾਂ ਉਹਨਾਂ ਦੀ ਨਿਸ਼ਾਨਦੇਹੀ ਹੋਣੀ ਚਾਹੀਦੀ ਹੈ ਉਸ ਪੱਧਰ ਦੇ ਉੱਤੇ। ਨਹੀਂ ਤਾਂ ਦੇਸ਼ ਦੇ ਸਾਰੇ ਲੋਕ ਜੇ ਰਲ ਮਿਲ ਕੇ ਗਣਤੰਤਰਤਾ ਦਿਵਸ 'ਤੇ ਹਰ ਸ਼ਹਿਰ 'ਚ ਹਰ ਜਗ੍ਹਾ ਆਪਣੇ ਫੰਕਸ਼ਨ ਕਰਨਾ ਚਾਹੁੰਦਾ ਹੈ, ਤਾਂ ਇਹ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਉੱਥੇ ਅਮਨ ਕਾਨੂੰਨ ਠੀਕ ਰੱਖਣਾ ਤੇ ਉਹਨਾਂ ਲਈ ਇਹੋ ਜਿਹੇ ਮੌਕੇ ਪੈਦਾ ਕਰਨਾ, ਇਹੋ ਜਿਹੇ ਪ੍ਰਬੰਧ ਕਰਨਾ ਉਹਦੀ ਇੱਕ ਜ਼ਿੰਮੇਵਾਰੀ ਹੈ। ਔਰ ਨਾਲੇ ਕੇਵਲ ਦਿੱਲੀ 'ਚ ਨਹੀਂ, ਦਿੱਲੀ 'ਚ ਤਾਂ ਇੱਕ ਵੱਡੀ ਪਰੇਡ ਹੋ ਹੀ ਰਹੀ ਹੈ, ਔਰ ਦਿੱਲੀ ਦੇ 3-4 ਬਾਰਡਰਾਂ ਤੋਂ ਲੋਕ ਆਉਣਗੇ ਤੇ ਉਸ ਲੈਵਲ ਤੇ ਕਰਨਗੇ। ਪੂਰੇ ਦੇਸ਼ ਭਰ ਦੇ ਵਿੱਚ ਇਹ ਹੈ, ਤੇ ਤੁਹਾਡੇ ਸਾਹਮਣੇ ਆ ਕਿ ਨਾਸਿਕ ਤੋਂ ਮੁੰਬਈ ਤੱਕ ਲਗਭਗ 180 ਕਿਲੋਮੀਟਰ ਲੋਕ ਚੱਲ ਕੇ ਮੁੰਬਈ ਦੇ ਆਜ਼ਾਦ ਮੈਦਾਨ 'ਚ ਆ ਚੁੱਕੇ ਨੇ, ਉਹ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਨੇ, ਤੇ ਉੱਥੇ ਸੰਬੋਧਨ ਵੀ ਕੀਤਾ ਜਾਏਗਾ ਅਲੱਗ। ਇਸੇ ਤਰ੍ਹਾਂ ਤਾਮਿਲਨਾਡੂ ਦੇ ਵਿੱਚ, ਇਸ ਤਰ੍ਹਾਂ ਕਰਨਾਟਕਾ ਦੇ ਵਿੱਚ, ਤੇ ਵੱਡੇ ਵੱਡੇ ਮੁਜ਼ਾਹਰੇ ਜਿਹੜੇ ਨੇ, ਵੱਡੇ ਵੱਡੇ ਪ੍ਰੋਟੈਸਟ ਇਸੇ ਪੱਖ ਦੇ ਵਿੱਚ ਜਿਹੜਾ ਕਿਸਾਨ ਅੰਦੋਲਨ ਹੈ ਉਹਦੇ ਵਿੱਚ ਹੋ ਰਹੇ ਨੇ। ਇਸ ਲਈ ਇਹ ਇਕੱਲਾ ਪੰਜਾਬ, ਹਰਿਆਣਾ ਜਾਂ ਇਕੱਲਾ ਪੱਛਮੀ ਯੂਪੀ ਉੱਥੇ ਤੱਕ ਨਹੀਂ ਹੈ, ਇਹ ਹੋਰ ਫੈਲ ਰਿਹਾ ਉਹ ਹੈ। ਔਰ ਇਸੇ ਲਈ ਜਦੋਂ ਲੋਕਾਂ ਦੇ ਵਿੱਚ ਇੱਕ ਜਜ਼ਬਾ ਹੁੰਦਾ ਹੈ, ਮੇਰਾ ਖਿਆਲ ਹੈ ਕਿ ਜਿਹੜੇ ਉਸ ਜੇ ਅੰਦੋਲਨ ਦੀ ਤਾਸੀਰ ਜਿਹੜੀ ਹੈ ਉਹ ਸ਼ਾਂਤਮਈ ਹੈ, ਔਰ ਲੋਕਾਂ ਦਾ ਜਜ਼ਬਾ ਹੈ, ਵਲੰਟੀਅਰ ਉੱਥੇ ਲੱਗੇ ਹੋਣਗੇ, ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਇਹੋ ਜਿਹਾ ਕੋਈ ਛੋਟੀ ਮੋਟੀ ਕੋਈ ਤਾਕਤ ਵੀ ਜਿਹੜੀ ਜੇ ਵਿੱਚ ਟਰਾਈ ਵੀ ਕਰੂਗੀ ਤੇ ਉਹ ਕਾਮਯਾਬ ਹੋਏਗੀ। ਕਿਉਂਕਿ ਲੋਕ ਜਦੋਂ ਚੌਕਸ ਹੁੰਦੇ ਨੇ ਤੇ ਨਾਲ ਸਟੇਟ ਦੀ ਵੀ ਜ਼ਿੰਮੇਵਾਰੀ ਹੁੰਦੀ ਹੈ, ਤਾਂ ਉਹ ਸਾਰੀਆਂ ਚੀਜ਼ਾਂ ਅਸਫਲ ਹੋ ਜਾਂਦੀਆਂ ਨੇ ਜਿਹੜੀਆਂ ਚੀਜ਼ਾਂ ਚਿਤਵੀਆਂ ਜਾ ਰਹੀਆਂ ਨੇ। ਜੀ ਹਮੀਰ ਸਿੰਘ ਜੀ, ਕਿਸਾਨ ਜਥੇਬੰਦੀਆਂ ਦੀ ਪਹਿਲੇ ਦਿਨ ਤੋਂ ਇੱਕੋ ਮੰਗ ਰਹਿ ਰਹੀ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕੀਤੇ ਜਾਣ, ਤੇ ਕੇਂਦਰ ਸਰਕਾਰ ਰੱਦ ਕਰਨ ਲਈ ਤਿਆਰ ਨਹੀਂ ਹੈ,
ਤੇ ਉਸੀ ਦੇ ਵਿਰੋਧ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਬਾਰਡਰ ਤੇ ਇੱਕ ਨਵਾਂ ਹੀ ਸ਼ਹਿਰ ਵਸਾ ਲਿਆ, ਜਿੱਥੇ ਦੀ ਦੁਨੀਆ ਅੱਡ ਹੈ, ਉੱਥੇ ਦਾ ਮਜ਼ਾ ਇੱਕ ਵੱਖਰੇਵਾਂ ਹੀ ਹੈ, ਜਿਹੜਾ ਕਿ ਉੱਥੇ ਲੋਕ ਰਹਿ ਰਹੇ ਨੇ, ਭਾਈਚਾਰੇ ਏਕਾ ਜਿਹੜਾ ਹੈਗਾ ਉੱਥੇ ਵਿਖਾਈ ਦੇ ਰਿਹਾ। ਅਸੀਂ ਜਾਣਨਾ ਚਾਹਾਂਗੇ ਇਹ ਟਰੈਕਟਰ ਪਰੇਡ ਜਿਹੜੀ ਹੈਗੀ ਹੈ ਇਹ ਕੇਂਦਰ ਸਰਕਾਰ ਤੇ ਜਾਂ ਸਮਾਜ ਲਈ ਕੀ ਇੱਕ ਅਸਰ ਪਾਏਗੀ, ਕੀ ਸੁਨੇਹਾ ਦੇ ਕੇ ਜਾਏਗੀ? ਟਰੈਕਟਰ ਪਰੇਡ ਇੱਕ ਮੌਕਾ ਹੈ ਪਹਿਲੀ ਵਾਰ ਕਿਸਾਨਾਂ ਨੂੰ ਕਿ ਦੁਨੀਆ ਭਰ ਦੇ ਲੋਕ ਇਸ ਪਰੇਡ ਨੂੰ ਦੇਖਣਗੇ, ਇਸ ਪਰੇਡ ਨੂੰ ਹੁੰਦਾ ਦੇਖਣਗੇ ਤੇ ਕਿਸਾਨਾਂ ਦੇ ਮੁੱਦੇ ਵੀ ਉਹਦੇ ਨਾਲ ਜੁੜੇ ਹੋਏ ਨੇ, ਉਹਨਾਂ ਨੂੰ ਵੀ ਸਮਝਣ ਦੀ ਕੋਸ਼ਿਸ਼ ਕਰਨਗੇ। ਜਦੋਂ ਧਿਆਨ ਤੁਹਾਡਾ ਕੇਂਦਰਿਤ ਹੋ ਜਾਂਦਾ ਹੈ, ਦੁਨੀਆ ਭਰ ਦਾ ਮੀਡੀਆ ਜਦੋਂ ਉਹਦੇ ਤੇ ਟਿਕਟਿਕੀ ਲਾ ਕੇ ਬੈਠੇਗਾ, ਉਹਨੂੰ ਕਵਰ ਕਰੇਗਾ, ਤਾਂ ਦੁਨੀਆ ਦੇ ਧਿਆਨ ਜਿਹਦਾ ਅਜੇ ਤੱਕ ਨਹੀਂ ਵੀ ਗਿਆ ਉਹ ਧਿਆਨ ਵੀ, ਵੈਸੇ ਤਾਂ ਪਹਿਲਾਂ ਹੀ ਦੁਨੀਆ ਦੇ ਵਿੱਚ ਇਸ ਅੰਦੋਲਨ ਦੇ ਪੱਖ ਦੇ ਵਿੱਚ ਟਰੈਕਟਰ ਮਾਰਚ ਵੀ ਹੋ ਰਹੇ ਨੇ, ਵੱਖ-ਵੱਖ ਕਿਸਮ ਦੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ, ਰੋਸ ਮੁਜ਼ਾਹਰੇ ਨਿਕਲ ਰਹੇ ਨੇ, ਪਰ ਇਹ ਐਡੇ ਵੱਡਾ ਇੱਕ ਜਿਹੜਾ ਮੁੱਦਾ ਉੱਭਰ ਚੁੱਕਿਆ ਕਿ ਪਰੇਡ ਦੇ ਨਾਂ 'ਤੇ ਵੀ ਉੱਭਰ ਚੁੱਕਿਆ, ਇਹਨੂੰ ਜਦੋਂ ਦੁਨੀਆ ਦੇਖੇਗੀ ਤਾਂ ਇਹਦਾ ਜਿਹੜਾ ਦਾਇਰਾ ਹੈ, ਇਹਦੇ ਬਾਰੇ ਸਮਝਦਾਰੀ ਹੈ, ਇਹ ਬਹੁਤ ਵਿਸ਼ਾਲ ਹੋਏਗੀ। ਇਹ ਬਹੁਤ ਵੱਡਾ ਮੌਕਾ ਹੋਏਗਾ ਇਸ ਅੰਦੋਲਨ ਨੂੰ ਆਪਣੀ ਗੱਲ ਪਹੁੰਚਾਉਣ ਦੇ ਵਿੱਚ, ਇਹ ਬਹੁਤ ਵੱਡਾ ਮੌਕਾ ਹੋਏਗਾ। ਔਰ ਪੂਰੇ ਜਿਹੜਾ ਕਾਰਪੋਰੇਟ ਦੇ ਖਿਲਾਫ ਇੱਕ ਵੱਡੀ ਜੰਗ ਹੈ, ਪਹਿਲੀ ਵਾਰ ਐਡੇ ਵੱਡੇ ਪੱਧਰ ਤੇ ਹੋ ਰਹੀ, ਇਹ ਪੂਰੀ ਦੁਨੀਆ ਨੂੰ ਵੀ ਮੈਸੇਜ ਦੇਗੀ ਕਿ ਉੱਥੇ ਦੇ ਲੋਕ ਵੀ ਮਿਲ ਕੇ ਕਾਰਪੋਰੇਟ ਦੇ ਖਿਲਾਫ ਖੜੇ ਹੋਣ ਤੇ ਸਰਕਾਰਾਂ ਦੇ ਖਿਲਾਫ ਖੜੇ ਹੋਣ। ਔਰ ਇਸੇ ਕਰਕੇ ਇਸ ਅੰਦੋਲਨ ਤੋਂ ਹੀ ਸ਼ਾਇਦ ਇਸੇ ਕਰਕੇ ਸਰਕਾਰ ਜ਼ਿਆਦਾ ਝਿਜਕਦੀ ਵੀ ਹੋਵੇ ਕਿ ਸਰਕਾਰੀ ਪਰੇਡਾਂ ਫਿੱਕੀਆਂ ਪੈ ਜਾਣਗੀਆਂ, ਕਿਉਂਕਿ ਜਿਹੜੀਆਂ ਲੋਕਾਂ ਦੀਆਂ ਪਰੇਡਾਂ ਹੁੰਦੀਆਂ ਨੇ ਤੇ ਉਹ ਸ਼ਾਇਦ ਉਸ ਲੈਵਲ ਤੇ। ਔਰ ਇਹ ਕਿਹਾ ਵੀ ਜਾ ਰਿਹਾ ਕਿ ਜਿਹੜੀਆਂ ਭਾਵੇਂ ਜਿਹੜੇ ਆਰਗੇਨਾਈਜ਼ਰ ਨੇ ਜਾਂ ਕਿਸਾਨ ਆਗੂ ਨੇ, ਉਹਨਾਂ ਨੇ ਇਹ ਕਿਹਾ ਕਿ ਟਰੈਕਟਰ ਹੀ ਹੋਣਗੇ ਇਕੱਲੇ, ਜਾਣਕਾਰਾਂ ਨੂੰ ਇਹ ਟਰੈਕਟਰ ਤੇ ਬੈਠਣਾ ਚਾਹੀਦਾ ਹੈ। ਕੁਝ ਟਰਾਲੀਆਂ ਜਿਹੜੀਆਂ ਜਿੰਨੀਆਂ ਵੀ ਟਰਾਲੀਆਂ ਨੇ ਉਹਨਾਂ ਨੇ ਸਹਿਮਤੀ ਨਾਲ ਇਹ ਕੀਤੀਆਂ ਨੇ ਕਿ ਜਿਹਦੇ 'ਚੋਂ ਝਲਕ ਮਿਲੇਗੀ ਕਿਸਾਨੀ ਦੀ, ਕਿਸਾਨੀ ਸਮੱਸਿਆਵਾਂ ਦੀ, ਸਾਡੇ ਵਿਰਸੇ ਦੀ, ਔਰ ਉਹ ਸਾਰੇ ਵਿਰਸੇ ਵੱਖ-ਵੱਖ ਸੂਬਿਆਂ ਦੇ ਵਿਰਸਿਆਂ ਦੀ, ਤੇ ਉਹ ਇੱਕ ਆਪਣੇ ਆਪ ਦਾ ਇੱਕ ਅਲੌਕਿਕ ਨਜ਼ਾਰਾ ਹੋਏਗਾ। ਸਰਕਾਰਾਂ ਕੋਲ ਤਾਂ ਐਡੇ ਬੰਦੋਬਸਤ ਹੁੰਦੇ ਨੇ, ਤਾਂ ਤਾਮਝਾਮ ਹੁੰਦਾ, ਪੈਸਾ ਹੁੰਦਾ, ਸਭ ਕੁਝ, ਪਰ ਇਹ ਆਪ ਮੁਹਾਰੇ ਲੋਕਾਂ ਵੱਲੋਂ ਕੀਤਾ ਗਿਆ ਸ਼ਾਇਦ ਜਿਹੜਾ ਪ੍ਰਬੰਧ ਹੈ ਇਹ ਜ਼ਿਆਦਾ ਖੂਬਸੂਰਤ ਤੇ ਜ਼ਿਆਦਾ ਡਾਇਵਰਸ, ਜ਼ਿਆਦਾ ਵੰਨ-ਸੁਵੰਨਤਾ ਦੇ ਆਧਾਰ ਤੇ ਨਜ਼ਰ ਉਸ ਰੂਪ ਦੇ ਵਿੱਚ ਆਏਗਾ। ਹਾਂ, ਜਿਹੜਾ ਅੰਦੋਲਨ ਤੋਂ ਬਾਅਦ ਇਹ ਅੰਦੋਲਨ ਤਾਂ ਇੱਕ ਨਵੀਂ ਜੀਵਨ ਜਾਂਚ ਦੱਸਣ ਦੇ ਵਾਸਤੇ ਹੈ, ਇਹ ਅੰਦੋਲਨ ਤਾਂ ਕਾਰਪੋਰੇਟ ਵਿਕਾਸ ਮਾਡਲ ਨੂੰ ਕਾਊਂਟਰ ਕਰਨ ਦੀ ਇੱਕ ਨਸੀਹਤ ਦੇਣ ਦੇ ਵਾਸਤੇ ਹੈ ਕਿ ਇੱਕ ਐਂ ਵੀ ਜ਼ਿੰਦਗੀ ਜਿਉਈ ਜਾ ਸਕਦੀ ਹੈ। ਔਰ ਬਹੁਤ ਵੱਡਾ ਇਹਦਾ ਦਾਇਰਾ ਹੈ, ਇਹਨੇ ਸੱਭਿਆਚਾਰ ਬਦਲਣਾ, ਇਹਨੇ ਸਿਆਸਤ ਬਦਲਣੀ ਹੈ, ਇਹਨੇ ਅਰਥ ਵਿਵਸਥਾ ਬਦਲਣੀ ਹੈ, ਇਹਨੇ ਉਸ ਪਾਸੇ ਵੱਲ ਜਿਹੜੇ ਸਮਾਜਿਕ ਸੰਬੰਧ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲਿਆਉਣੀ ਹੈ। ਉਧਰ ਨੂੰ ਮੋੜਾ ਪਾ ਦਿੱਤਾ ਗਿਆ ਤੇ ਉਹ ਰਸਤਾ ਬਣਾ ਰਿਹਾ ਅੰਦੋਲਨ ਇੱਕ ਨਵੇਂ ਰਾਹ ਦਾ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਇਸੇ ਕਰਕੇ ਹੁਣ ਜਿਹੜਾ ਇਹ ਉਹ ਕਹਿ ਰਹੇ ਨੇ, ਮਤਲਬ ਕਿਸਾਨ ਆਗੂ ਉਹਨਾਂ ਨੇ ਕਹਿਤਾ ਹੈ ਕਿ ਜਿਹੜੇ ਬੰਦੇ ਆਏ ਨੇ ਹੁਣ ਟਰੈਕਟਰ ਵਾਪਸ ਨਹੀਂ ਜਾਣਾ, ਆਪਣੀ ਆਪਣੀ ਜਗ੍ਹਾ ਤੇ ਜਾ ਕੇ ਮੁੜ ਕੇ ਖੜੇ ਹੋ ਜਾਣਾ। ਕਿਉਂ ਖੜੇ ਹੋ ਜਾਣਾ ਹੈ? ਕਿਉਂਕਿ 29 ਤਰੀਕ ਤੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੈ ਤੇ ਪਾਰਲੀਮੈਂਟ ਦੇ ਸੈਸ਼ਨ ਦੇ ਦੌਰਾਨ ਇੱਕ ਦਬਾਅ ਬਣਾਉਣਾ ਹੈ। ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਜਿਹੜੇ ਵੀ ਮੈਂਬਰ ਪਾਰਲੀਮੈਂਟ ਦੇ ਵਿੱਚ ਕੀ ਕਾਰਗੁਜ਼ਾਰੀ ਕਰਨਗੇ, ਅਸੀਂ ਉਹਨਾਂ ਤੇ ਨਜ਼ਰਾਂ ਟਿਕਾਈਆਂ ਹੋਈਆਂ ਨੇ। ਕੱਲੇ ਕੱਲੇ ਦੀ ਕਾਰਗੁਜ਼ਾਰੀ ਪਰਖੀ ਜਾਏਗੀ ਤੇ ਕੱਲੇ ਕੱਲੇ ਨੂੰ ਉਹਦੇ ਜਿਹੜਾ ਲੋਕ ਸਭਾ ਹਲਕਾ ਹੈ ਉੱਥੇ ਜਾ ਕੇ ਜਵਾਬ ਦਿੱਤਾ ਜਾਏਗਾ ਜਦੋਂ ਤੁਸੀਂ ਲੋਕਾਂ ਦੇ ਮੁਕਾਬਲੇ ਹੋਣਗੇ। ਇਸ ਕਰਕੇ ਇਹ ਉਸ ਲੈਵਲ ਦਾ ਇੱਕ ਦਬਾਅ ਹੈ। ਔਰ ਜੇ ਤੁਸੀਂ ਸਮਝਦੇ ਹੋ ਕਰਨਾਲ ਤੋਂ ਲੈ ਕੇ ਇੱਧਰੋਂ ਉਹ ਦੂਜੇ ਪਾਸੇ ਵੀ ਰੋਹਤਕ ਸਾਈਡ ਤੋਂ ਵੀ ਸ਼ੁਰੂ ਹੋ ਕੇ ਬਹੁਤ ਲੰਮੀਆਂ ਲਾਈਨਾਂ ਆਲਰੇਡੀ ਲੱਗੀਆਂ ਹੋਈਆਂ ਨੇ ਔਰ ਪਤਾ ਹੀ ਨਹੀਂ ਕਿੱਥੋਂ ਤੱਕ ਆਉਣਗੇ ਲੋਕ, ਕਿੰਨੇ ਕਿੰਨੇ ਕਿਲੋਮੀਟਰ ਤੁਰ ਕੇ ਜਾਣਗੇ। ਪਰ ਉਹ ਸਾਰੀਆਂ ਜਿਹੜੀਆਂ ਅਸੁਵਿਧਾਵਾਂ ਨੇ ਇਹਨਾਂ ਨੂੰ ਸਵੀਕਾਰ ਕਰਨ ਲਈ ਤਿਆਰ ਨੇ। ਉਹਨਾਂ ਦਾ ਜਜ਼ਬਾ ਐਡਾ ਵੱਡਾ ਮਜ਼ਬੂਤ ਹੋ ਚੁੱਕਿਆ ਕਿ ਅਸੀਂ ਆਪਣੀ ਗੱਲ ਕਹਿਣੀ ਹੈ ਤੇ ਆਪਣੀ ਗੱਲ ਸੁਣਾਉਣੀ ਹੈ ਤੇ ਸੁਣ ਕੇ ਉਹਨਾਂ ਨੂੰ ਤਬਦੀਲ ਕਰਾਉਣਾ ਹੈ। ਔਰ ਸ਼ਾਇਦ ਦੇਸ਼ ਦੇ ਲੋਕਾਂ ਦੇ ਵਿੱਚ ਇੱਕ ਰੁਝਾਨ ਪੈਦਾ ਹੋਏ ਤੋਂ ਬਾਅਦ ਜਿਹੜੇ ਇਸ ਅੰਦੋਲਨ ਨੂੰ ਦੂਰੋਂ ਖੜ ਕੇ ਜਾਂ ਨੈਸ਼ਨਲ ਮੀਡੀਆ ਜਿਹੜਾ ਇਹਦੇ ਖਿਲਾਫ ਕਾਫੀ ਵੱਡੇ ਪੱਧਰ ਤੇ ਪ੍ਰਚਾਰ ਕਰ ਰਿਹਾ, ਉਹ ਲੋਕ ਆ ਕੇ ਦੇਖਣ। ਜਦੋਂ ਇੱਥੋਂ ਆ ਕੇ ਜਿਹੜਾ ਵੀ ਬੰਦਾ 2-4 ਦਿਨ ਇੱਥੇ ਆ ਕੇ ਮੁੜਦਾ ਹੈ ਤਾਂ ਉਹ ਬਦਲਿਆ ਹੋਇਆ ਬੰਦਾ ਹੁੰਦਾ, ਉਹ ਕਹਿੰਦਾ ਕਿ ਇਹ ਅਲੱਗ ਤਰ੍ਹਾਂ ਦਾ ਅੰਦੋਲਨ ਹੈ। ਇਸੇ ਕਰਕੇ ਇਹ ਜਿਹੜਾ ਪਰੇਡ ਜਾਂ ਇਹ ਜਿਹੜਾ ਵੱਡਾ ਇਵੈਂਟ ਹੈ ਇਹ ਉਹਨਾਂ ਲੋਕਾਂ ਨੂੰ ਆਕਰਸ਼ਿਤ ਕਰੂਗਾ ਕਿ ਉਹ ਆਉਣ, ਆ ਕੇ ਇੱਥੇ ਰਹਿ ਕੇ ਦੇਖਣ ਤੇ ਇੱਥੋਂ ਦੇ ਮੁੱਦੇ ਤੇ ਇੱਥੋਂ ਦੀ ਸਧਾਰਨਤਾ, ਇੱਥੋਂ ਦੀ ਮੁਹੱਬਤ ਦੇਖਣ ਤੇ ਜਾ ਕੇ ਫਿਰ ਅੰਦੋਲਨ ਦੇ ਵਿੱਚ ਲੀਨ ਹੋ ਜਾਣ ਉਸ ਲੈਵਲ ਦੇ। ਇਹ ਇਹਦਾ ਮੇਰਾ ਖਿਆਲ ਹੈ ਮਕਸਦ ਕਰਨ ਨੂੰ ਅਚੀਵ ਕਰਨ 'ਚ, ਪੂਰਾ ਕਰਨ 'ਚ ਇਹ ਜਿਹੜੀ ਪਰੇਡ ਹੈ, ਜਿਹੜਾ ਅੱਜ ਦਾ ਇਵੈਂਟ ਹੈ, ਇਹ ਕਾਮਯਾਬ ਹੋਏਗਾ। ਜੀ, ਇੱਕ ਹਮੀਰ ਸਿੰਘ ਜੀ, ਟਰੈਕਟਰ ਪਰੇਡ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਵੀ ਕਿਸਾਨ ਆਗੂਆਂ ਦੀ ਨਜ਼ਰ ਬਜਟ ਸੈਸ਼ਨ ਤੇ ਹੈਗੀ ਹੈ, ਤੁਹਾਨੂੰ ਲੱਗਦਾ ਹੈ ਵੀ ਕਿ ਇਸੇ ਟਰੈਕਟਰ ਪਰੇਡ ਤੋਂ ਬਾਅਦ ਕੇਂਦਰ ਤੇ ਕਿਸਾਨ ਜਥੇਬੰਦੀਆਂ ਵਿਚਕਾਰ ਜਿਹੜੀ ਹੈ ਗੱਲਬਾਤ ਮੁੜ ਸ਼ੁਰੂ ਹੋਵੇਗੀ? ਜਿਵੇਂ ਕੇਂਦਰ ਸਰਕਾਰ ਨੇ 11ਵੇਂ ਗੇੜ ਦੀ ਮੀਟਿੰਗ 'ਚ ਸਪਸ਼ਟ ਕਰਤਾ ਵੀ ਇਹ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ, ਵੀ ਕਿ ਹੁਣ ਗੱਲਬਾਤ ਜਿਹੜੀ ਹੈ ਮੁੜ ਸ਼ੁਰੂ ਹੋ ਸਕੇਗੀ। ਨਹੀਂ ਲੱਗਦਾ ਹੋਰ ਕੋਈ ਚਾਰਾ ਹੀ ਨਹੀਂ ਕਿ ਗੱਲਬਾਤ ਨਾ ਕਰੇ ਕੇਂਦਰ ਦੀ ਸਰਕਾਰ।
ਕਰਨਾ ਪਏਗਾ, ਜਾਂ ਫਿਰ ਕੇਂਦਰ ਦੀ ਸਰਕਾਰ ਚਾਹੇ ਇੱਕ ਪਾਸੜ ਤੌਰ ਤੇ ਕਰੇ ਵੀ ਚਲੋ ਜੇ ਤੁਸੀਂ ਨਹੀਂ ਚਾਹੁੰਦੇ ਮੈਂ ਸਾਰੇ ਵਾਪਸ ਲੈ ਲੈਂਦਾ, ਤੇ ਸਾਰੇ ਵਾਪਸ ਲੈ ਲੈਣ ਦਾ ਉਹਨਾਂ ਨੂੰ ਲੱਗਦਾ ਹੁਣ ਕਿ ਕ੍ਰੈਡਿਟ ਇਹਨੂੰ ਜਾਊਗਾ ਇਹਨੂੰ ਜਾਊਗਾ, ਉਹ ਕੋਈ ਮਤਲਬ ਨਹੀਂ ਹੈ। ਹੋਰ ਚਾਰਾ ਕੀ ਹੈ? ਕੇਂਦਰ ਸਰਕਾਰ ਇਸ ਗੱਲ ਤੇ ਤਾਂ ਆ ਹੀ ਚੁੱਕੀ ਹੈ ਨਾ ਵੀ ਸਾਨੂੰ ਥੋੜਾ ਚਿਹਰਾ ਛਪਾਉਣ ਦੀ ਦੇ ਦਿਓ ਇਜਾਜ਼ਤ, 2 ਸਾਲ ਬਾਅਦ ਕਰ ਲਾਂਗੇ ਜਾਂ ਕੁਝ ਕਰ ਲਾਂਗੇ, ਉਦੋਂ ਦਾ ਪਿੱਛੇ ਹਟ ਹੀ ਚੁੱਕੀ ਹੈ। ਪਰ ਜਿਵੇਂ ਜਿਵੇਂ ਅੰਦੋਲਨ ਦਾ ਦਾਇਰਾ ਵਧੂਗਾ, ਇਸ 26 ਜਨਵਰੀ ਤੋਂ ਬਾਅਦ ਜਿੰਨਾ ਪ੍ਰੈਸ਼ਰ ਇਸ ਅੰਦੋਲਨ ਦਾ ਬਣਨਾ ਹੈ, ਜਿੰਨਾ ਪਾਰਲੀਮੈਂਟ ਦੇ ਮੈਂਬਰਾਂ ਤੇ ਦਬਾਅ ਬਣਨਾ ਹੈ, ਜਿੰਨਾ ਇਸ ਦੇਸ਼ ਦੇ ਲੋਕਾਂ ਦੀ ਇਕਸੁਰਤਾ ਹੋਰ ਮਜ਼ਬੂਤ ਹੋਣੀ ਹੈ, ਤਾਂ ਕੋਈ ਚਾਰਾ ਨਹੀਂ ਹੋਏਗਾ। ਤੇ ਜਮਹੂਰੀਅਤ ਦੇ ਵਿੱਚ ਇਹ ਗੱਲ ਵੀ ਕੋਈ ਮਾੜੀ ਨਹੀਂ, ਐਵੇਂ ਹਉਮੈ ਤੇ ਹੰਕਾਰ ਦਾ ਸਵਾਲ ਬਣਾ ਕੇ ਤੁਰੇ ਰਹਿਣਾ ਉਹਦਾ ਕੋਈ ਮਤਲਬ ਨਹੀਂ ਹੈ। ਔਰ ਗੌਰਮੈਂਟ ਨੂੰ ਸਗੋਂ ਲੋਕਸ਼ਾਹੀ ਦੇ ਵਿੱਚ ਲੋਕਾਂ ਦੀ ਗੱਲ ਪਹਿਲਾਂ ਹੀ ਮੰਨ ਲੈਣੀ ਚਾਹੀਦੀ ਸੀ। ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਹੁਣ ਜਲਦੀ ਮੰਨ ਲੈਣਗੇ ਤਾਂ ਜ਼ਿਆਦਾ ਬਿਹਤਰ ਹੈ। ਇਸ ਤੋਂ ਬਾਅਦ ਮੈਨੂੰ ਯਕੀਨ ਹੈ ਕਿ ਪਾਰਲੀਮੈਂਟ ਦੇ ਚੱਲਦੇ ਚੱਲਦੇ ਉਸ ਸੈਸ਼ਨ ਦੇ ਦੌਰਾਨ ਹੀ ਔਰ ਸ਼ੁਰੂ ਹੋਣ ਦੇ ਨੇੜੇ ਤੇੜੇ ਕਿਤੇ ਨਾ ਕਿਤੇ ਮੀਟਿੰਗਾਂ ਦਾ ਦੌਰ ਦੁਬਾਰਾ ਸ਼ੁਰੂ ਹੋਏਗਾ, ਔਰ ਉਸ ਦੇ ਵਿੱਚ ਐਮੀਕੇਬਲੀ ਅੱਗੇ ਕੋਈ ਹੱਲ ਨਿਕਲੇਗਾ ਔਰ ਕਿਸਾਨਾਂ ਦੀ ਗੱਲ ਮੰਨੀ ਜਾਏਗੀ, ਜਿਹਦੇ 'ਚ 2 ਮੁੱਖ ਮੰਗਾਂ ਨੇ, ਇੱਕ 3 ਕਾਨੂੰਨ ਵਾਪਸ ਲੈਣ ਦੀ ਤੇ ਇੱਕ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨੀ ਗਰੰਟੀ ਦੇਣ ਦੀ। ਔਰ ਇਹਦੇ ਵਿੱਚ ਬੜਾ ਚਰਚਾਵਾਂ ਤਾਂ ਪਹਿਲਾਂ ਹੀ ਬਹੁਤ ਹੋ ਚੁੱਕੀਆਂ ਨੇ, ਹੁਣ ਤਾਂ ਸੋਚਣਾ ਹੀ ਬਾਕੀ ਹੈ ਆਪਸਦਾਰੀ ਦੇ ਵਿੱਚ ਕੇਵਲ ਕਿ ਐਲਾਨ ਕਦੋਂ ਕਰਨਾ ਤੇ ਕਿਵੇਂ ਕਰਨਾ। ਔਰ ਇਹ ਐਲਾਨ ਜ਼ਰੂਰ ਹੋਏਗਾ ਜਿਸ ਲੈਵਲ ਦਾ ਅੰਦੋਲਨ ਹੈ, ਕਿਉਂਕਿ ਲੋਕ ਅੰਦੋਲਨ ਜਿਹੜੇ ਨੇ ਜਾਂ ਜਿਹੜੇ ਉਹੀ ਸ਼ਾਂਤਮਈ ਅੰਦੋਲਨ ਨੇ ਜਾਂ ਐਡੇ ਵੱਡੇ ਵਿਲੱਖਣਤਾ ਵਾਲੇ ਅੰਦੋਲਨ ਨੇ, ਉਹਨਾਂ ਨਾਲ ਲੜਨਾ ਸਰਕਾਰਾਂ ਦੇ ਵੱਸ ਦੀ ਗੱਲ ਨਹੀਂ ਬਚਦੀ। ਸਰਕਾਰਾਂ ਉਹਦੇ 'ਚ ਫੁੱਟ ਪਾਉਣਾ ਚਾਹੁੰਦੀਆਂ ਨੇ, ਬਾਕੀ ਨੇ ਫੁੱਟ ਪੈਣ ਦੀ ਗੁੰਜਾਇਸ਼ ਇਸ ਕਰਕੇ ਨਹੀਂ ਲੱਗ ਰਹੀ ਬਹੁਤ ਵੱਡੀ, ਕਿਉਂਕਿ ਉਹਨਾਂ ਲੋਕਾਂ ਤੇ ਵੀ, ਜਥੇਬੰਦੀਆਂ ਦੇ ਆਗੂਆਂ ਤੇ ਵੀ ਜਨਤਾ ਦਾ ਐਡਾ ਵੱਡਾ ਦਬਾਅ ਹੈ ਕਿ ਅਸੀਂ ਫੈਸਲਾ ਕਰ ਰਹੇ ਹਾਂ ਸਾਰੇ ਜਿਹੜੇ ਰਲ ਮਿਲ ਕੇ ਨੇ। ਔਰ ਜਦੋਂ ਲੋਕ ਇੰਨੇ ਚੇਤਨ ਹੋ ਜਾਂਦੇ ਨੇ ਤਾਂ ਉਹ ਚੇਤਨ ਮਨੁੱਖ ਦਾ ਜਿਹੜਾ ਅੰਦੋਲਨ ਹੈ, ਇਸੇ ਕਰਕੇ ਅੰਦੋਲਨ ਨੂੰ ਹਰ ਬੰਦਾ ਜਿਹੜਾ ਘਰ ਤੋਂ ਚੱਲਦਾ ਉਹ ਕਹਿੰਦਾ ਮੇਰਾ ਅੰਦੋਲਨ ਹੈ, ਉਹ ਕਿਸੇ ਇੱਕ ਦੀ ਗੱਲ ਨਹੀਂ ਕਰਦਾ। ਜਦੋਂ ਸਭ ਦੀ ਚੀਜ਼ ਬਣ ਜਾਂਦੀ ਹੈ ਤਾਂ ਸਭ ਦੀ ਚੀਜ਼ ਦਾ ਮਤਲਬ ਇਹ ਹੁੰਦਾ ਹੈ ਕਿ ਉਸ 'ਚ ਸਰਬੱਤ ਹੁੰਦਾ ਹੈ, ਸਰਬੱਤ ਦੇ ਭਲੇ ਦਾ ਮਾਮਲਾ ਹੁੰਦਾ ਹੈ। ਔਰ ਸਰਬੱਤ ਦੇ ਭਲੇ ਦੇ ਮਾਮਲੇ ਸਾਹਮਣੇ ਸਿਰ ਝੁਕਾਉਣਾ ਜਾਂ ਉਹਦੀ ਗੱਲ ਮੰਨਣੀ ਸਰਕਾਰਾਂ ਲਈ ਵੀ ਵੱਡੀ ਗੱਲ ਹੁੰਦੀ ਹੈ, ਸਗੋਂ ਚੰਗੀ ਗੱਲ ਹੁੰਦੀ ਹੈ। ਤੇ ਨਹੀਂ ਤਾਂ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ। ਇਹ ਉਦੋਂ ਬਾਅਦ ਦੇ ਸਵਾਲ ਨੇ, ਲੋਕ ਹਮੇਸ਼ਾ ਹੀ ਵੱਡੀ ਤਾਕਤ ਦੇ ਰੂਪ ਦੇ ਵਿੱਚ ਉੱਭਰਦੇ ਨੇ। ਇਹ ਸਨ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਸ਼੍ਰੀ ਹਮੀਰ ਸਿੰਘ ਜੀ, ਜਿਨ੍ਹਾਂ ਨੇ ਆਪਣੇ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਕੱਲ੍ਹ ਨੂੰ ਇਸੇ ਸਮੇਂ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।